सतनाम करता पुरख निर्भव निर्वैर अकाल मूरत अजूनी सैभं गुर प्रसाद। तेरे कवन कवन गुण कह कहे गावा, तू साहिब गुणी निधाना। तुमरी महिमा वर्ण ना साकूं, तू ठाकुर ऊंच भगवाना। तुमरी महिमा वर्ण ना साकूं, तू ठाकुर ऊंच भगवाना। सतनाम वाहेगुरु साहिब जियो। सूही महला पंजवा। जाके दरस पाप कोट उतारे, भेटत संग एह भवजल तारे। जाके दरस पाप कोट उतारे, भेटत संग एह भवजल तारे। ओए साजन ओए मीत प्यारे, जो हमको हरि नाम चितारे। रहा जाका शब्द सुनत सुख सारे, जाकी टहल जमदूत बिदारे। जाकी तीरख इस मनह सधारे, जाकै सिमरन मुख उजलारे। प्रभ के सेवक प्रभ आप सवारे, शरण नानक तिन सद बलिहारे। प्रभ के सेवक प्रभ आप सवारे, शरण नानक तिन सद बलिहारे। वाहिगुरु जी का खालसा, वाहिगुरु जी की फतेह। जुगो जुग अटल शब्द सतगुरु धन धन गुरु ग्रंथ साहिब जी। गुरु पातशाह जी दी अजीम अपार बख्शिश असी मनुखा जीवन का ये समा माण रहे हैं। गुरुद्वारा साहब तो ये दीवान चल रहे हैं। इन्हां विच शाम की कीर्तन की चौंकी अजे हुणी संपूर्ण हुई है। ये समा है गुर शब्द की व्याख्या का, जिस गोचरे आप जी ने सूही राग के बचन गुरु अर्जन पातशाह जी का पंचम नानक जी का पावन संदेश पाठ रूप में सरवण किया है। अक्सर ये बचन जिवें खास करके गुरु ग्रंथ साहब दे विच पोजीशन करता आ, जिस जगह ते ये आ रहा है, असी अपनी गुरमत मर्यादित ढंग के नाल जो हुक्मनामे का वाक लेने तो ये भी बचन मोस्टली हुक्मनामे सानू प्राप्त होंदा है। आपने बचन
ਅਕਸਰ ਸਰਵਨ ਕੀਤਾ ਹੋਣਾ ਹੈ। ਅੱਜ ਸਾਨੂੰ ਲੜੀਵਾਰ ਗੁਰਬਾਣੀ ਵਿਚਾਰ 'ਚ ਪ੍ਰਾਪਤ ਹੈ। ਅਸੀਂ ਮੁੱਖ ਸੁਨੇਹੇ ਤੋਂ ਵਿਚਾਰ ਦਾ ਆਗਾਜ਼ ਕਰ ਰਹੇ ਹਾਂ। ਗੁਰਦੇਵ ਜ਼ਿਕਰ ਕਰਦੇ ਨੇ, ਓਏ ਸਾਜਨ ਓਏ ਮੀਤ ਪਿਆਰੇ, ਜੋ ਹਮ ਕੋ ਹਰਿ ਨਾਮ ਚਿਤਾਰੇ। ਰਹਾਓ, ਓਏ ਸਾਜਨ ਓਏ ਮੀਤ ਪਿਆਰੇ। ਜਿਵੇਂ ਗੱਲ ਕਹੀ ਗਈ ਕਿ ਮਨੁੱਖ ਇੱਕ ਸੋਸ਼ਲ ਕ੍ਰੀਚਰ ਆ, ਇੱਕ ਆਲੇ ਦੁਆਲੇ ਵਿੱਚ ਰਹਿੰਦਾ ਆ, ਅਤੇ ਉਸ ਆਲੇ ਦੁਆਲੇ ਦੇ ਵਿੱਚ ਰਿਸ਼ਤੇ ਨਾਤੇ ਸੰਬੰਧ ਬਣਾਉਂਦਾ ਆ, ਤੋੜਦਾ ਆ, ਸਥਾਪਿਤ ਕਰਦਾ ਆ, ਮਿਲਦਾ ਆ, ਵਰਤਦਾ ਆ। ਇਹ ਸਭ ਚੀਜ਼ਾਂ ਦੇ ਇਹ ਮਨੁੱਖ ਦਾ ਵਰਤਾਰਾ ਹੈ। ਇਸ ਸਾਰੇ ਦੇ ਵਿੱਚੋਂ ਹੀ ਜੋ ਮਨੁੱਖ ਨੂੰ ਸਫਰਿੰਗ ਹੈ ਉਹ ਵੀ ਆਉਂਦੀ ਹੈ ਅਤੇ ਪਲੈਜ਼ਰ ਵੀ ਆਉਂਦਾ ਆ। both things come actually with dealing with people। ਉਹ ਤੁਹਾਡੇ ਕੁਦਰਤੀ ਤੌਰ 'ਤੇ ਨਿਵਾਜੇ ਹੋਏ ਰਿਸ਼ਤੇ ਹੋ ਸਕਦੇ ਨੇ, ਜਿਵੇਂ ਮਾਂ ਬਾਪ ਨੇ, ਭੈਣ ਭਰਾ ਨੇ, ਐਂਡ ਈਵਨ ਐਕਸਟੈਂਡਡ ਫੈਮਿਲੀ, ਜਿਹੜੀ ਨੀਅਰ ਬਾਏ ਫੈਮਿਲੀ ਹੁੰਦੀ ਹੈ, ਚਾਚੇ ਤਾਏ ਭੂਆ ਮਾਸੀਆਂ ਵਗੈਰਾ, ਸਭ ਉਸ ਤਰੀਕੇ ਦੇ ਨਾਲ। ਮਗਰ ਜਿਹੜਾ ਰਿਸ਼ਤਾ ਆ, ਕੁਦਰਤ ਨੇ ਜੋ ਨਵਾਜਿਆ ਦਿੱਤਾ ਆ, ਠੀਕ ਆ, ਪਰ ਤੁਸੀਂ ਕਈ ਵਾਰ ਦੇਖਿਆ ਹੋਏਗਾ, ਕਈ ਵਾਰ ਲੋਕ ਕਹਿ ਦਿੰਦੇ ਨੇ ਜੀ ਮੇਰੀ, ਉਹਨੂੰ ਪੁੱਛੋ, ਮੈਂ ਤਾਂ ਆਪ ਬਹੁਤ ਸਾਰੇ ਪਰਿਵਾਰਾਂ 'ਚ ਅਕਸਰ ਵੇਖਦਾ ਹਾਂ, ਕਿਸੇ ਨੂੰ ਪੁੱਛੋ ਕਿ ਤੁਹਾਡੇ ਭਰਾ ਦਾ ਕੀ ਹਾਲ ਹੈ, ਤੂੰ ਕਹਿੰਦਾ ਜੀ ਮੈਨੂੰ ਨਹੀਂ ਪਤਾ, ਮੇਰੀ ਗੱਲ ਨਹੀਂ ਹੋਈ, 10 ਸਾਲ ਹੋ ਗਏ ਉਹਨਾਂ ਦੇ ਨਾਲ। ਰੀਜ਼ਨ ਕੀ ਹੋਇਆ? ਰੀਜ਼ਨ ਇਹ ਹੈ, ਖੂਨ ਦਾ ਰਿਸ਼ਤਾ ਜ਼ਰੂਰ ਹੈ, ਪਰ ਵਿਚਾਰ ਦਾ ਰਿਸ਼ਤਾ ਨਹੀਂ ਹੈਗਾ, ਸਾਂਝ ਨਹੀਂ ਹੈਗੀ। ਸਾਂਝ ਹਮ ਖਿਆਲਤਾ ਵਿੱਚ ਹੁੰਦੀ ਹੈ। ਸਾਂਝ ਕਿਤੇ ਨਾ ਕਿਤੇ ਸਾਂਝ ਉਸ ਸੋਚ ਦੇ ਲੈਵਲ 'ਤੇ ਆਉਂਦੀ ਹੈ, ਜਿਹੜੀ ਸੋਚ ਦੋਵਾਂ ਨੂੰ ਅਪੀਲ ਕਰਦੀ ਹੋਏ। ਇੱਥੇ 'ਚ ਗੁਰੂ ਮਹਾਰਾਜ ਨੇ ਬਾਣੀ 'ਚ ਵਾਰ-ਵਾਰ ਅਹਿਸਾਸ ਕਰਾਇਆ, ਜਿਵੇਂ ਹਸਬੈਂਡ ਵਾਈਫ ਦੀ ਰਿਲੇਸ਼ਨਸ਼ਿਪ ਦੀ ਵੀ ਗੱਲ ਕਰੀਏ, ਬਾਣੀ ਇਸ ਨੂੰ ਇਹ ਕਹਿੰਦੀ ਹੈ ਕਿ ਇਹ ਰਿਲੇਸ਼ਨਸ਼ਿਪ ਜਿਹੜੀ ਹੈ ਇਹ ਜਸਟ ਇੱਕ ਦੂਜੇ ਦੀ ਫਿਜ਼ੀਕਲ ਅਟਰੈਕਸ਼ਨ ਹੋ ਗਈ, ਜਾਂ ਸਮਹਾਓ ਫੈਮਲੀਜ਼ ਨੇ ਦੋ ਜੀਆਂ ਨੂੰ ਇਨਵੋਲਵ ਕਰਕੇ ਇੰਗੇਜ ਕਰ ਦਿੱਤਾ, ਉਹਨਾਂ ਨੂੰ ਜਸਟ ਇੱਕ ਜਗ੍ਹਾ 'ਤੇ ਕਮਿਟਡ ਕਰ ਦਿੱਤਾ ਕਿ ਓਕੇ ਯੂ ਆਰ ਨਾਓ ਹਸਬੈਂਡ ਵਾਈਫ ਐਂਡ ਯੂ ਸ਼ੁੱਡ ਫੋਲੋ ਦਿਸ ਪਾਥ ਐਜ਼ ਏ ਕਪਲ। ਨੋ, ਬਾਣੀ ਕਹਿੰਦੀ ਧੰਨ ਫਿਰ ਇਹ ਨਾ ਆਖੀਆਂ ਬਹਿਣ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ, ਬਿਨਾਂ ਸ਼ੱਕ ਦੋ ਕਲਬੂਤ ਹੋਣ ਪਰ ਜੋਤ ਇੱਕ ਹੋਏ। ਹੁਣ ਜੋਤ ਕੀ ਹੈ? ਮੈਂ ਉਹਨੂੰ ਸਿੰਪਲ ਲੈਵਲ 'ਤੇ ਕਈ ਵਾਰੀ ਬਿਆਨ ਕਰਦਾ ਹਾਂ ਕਿ ਪਤੀ ਨੇ ਪਤਨੀ ਨੂੰ, ਅਤੇ ਪਤਨੀ ਨੇ ਪਤੀ ਨੂੰ ਪਾਉਣਾ ਆ। ਪਾਉਣਾ ਕੀ ਹੈ? ਸੁਭਾਅ, ਖਿਆਲ, ਵਿਚਾਰ। ਜੇ ਇਸ ਲੈਵਲ 'ਤੇ ਉਹਨਾਂ ਦੀ ਸਾਂਝ ਨਹੀਂ ਗਈ ਆਪਸ ਦੇ ਵਿੱਚ, ਫਿਰ ਕੋਈ ਸਾਂਝ ਨਹੀਂ। ਸੋ ਇਹ ਰੂਪਤਾ ਜਿਹੜੀ ਹੈ ਇਹ ਸਮਝਣੀ ਬਹੁਤ ਜ਼ਰੂਰੀ ਹੈ। ਇਹਦੇ ਵਿੱਚ ਇਹ ਹੈ ਕਿ ਬੰਦੇ ਨੂੰ ਆਪਣੇ ਤੌਰ 'ਤੇ ਜਿਵੇਂ ਉਹਦਾ ਮਨ ਚਲਾਉਂਦਾ ਆ, ਜਿਵੇਂ ਉਹਨੂੰ ਜਿਵੇਂ ਦੀ ਉਹਦੀ ਲਾਈਫ ਦੇ ਵਿੱਚ ਐਕਸਪੋਜ਼ਰ ਮਿਲਿਆ, ਟਰੇਟਸ ਆ ਗਏ, ਉਹਦੀਆਂ ਜਿਹੜੀਆਂ ਨੇ ਹੈਬਿਟਸ ਡਿਵੈਲਪ ਹੋ ਗਈਆਂ, ਇਹ ਸਭ ਉਹਨੂੰ ਫਿਰ ਲਗਾਤਾਰ ਲੀਡ ਕਰਦੀਆਂ ਉਹਦੀ ਲਾਈਫ ਨੂੰ। ਅਤੇ ਉਸ ਕਰਦਿਆਂ ਹੋਇਆਂ ਫਿਰ ਬੰਦਾ ਸੰਸਾਰਕ ਤੌਰ 'ਤੇ ਰਿਸ਼ਤੇ ਨਾਤੇ ਸੰਬੰਧ ਚੂਜ਼ ਕਰਦਾ, ਪਿਕ ਕਰਦਾ, ਅਤੇ ਉਹਦੀ ਚੋਇਸਿਸ ਬਣਾਉਂਦਾ, ਉਹੀ ਐਕਚੁਅਲ ਲੈਵਲ 'ਤੇ ਉਹਦੀ ਸਫਰਿੰਗ ਜਾਂ ਉਹਦੇ ਪਲੈਜ਼ਰ ਵਾਸਤੇ ਰਿਸਪੋਂਸੀਬਿਲਟੀ ਹੁੰਦੇ ਨੇ। ਹੁਣ ਜੇ ਬੰਦਾ ਦੇਖੇ, ਆਪ ਦੇਖੋਗੇ, ਮਤਲਬ ਜਿਹੋ ਜਿਹੀ ਆਦਤਾਂ ਬਣ ਗਈਆਂ, ਜਿਹੋ ਜਿਹੇ ਹਾਲਾਤ ਬਣ ਗਏ, ਜਾਂ ਕਈ ਵਾਰ ਅਸੀਂ ਆਪਣੇ ਪਰਿਵਾਰਾਂ 'ਚ ਗੱਲ ਤੁਸੀਂ ਸੁਣਦੇ ਹੋਵੋਗੇ ਕਿ ਸਾਡਾ ਬੱਚਾ ਤਾਂ ਠੀਕ ਆ, ਅਸਲ ਵਿੱਚ ਨਾ ਜਿਹੜਾ ਗਰੁੱਪ ਇਹਦੇ ਨਾਲ ਐਸੋਸੀਏਟ ਆ, ਦੈਟ ਗਰੁੱਪ ਇਜ਼ ਨਾਟ ਗੁੱਡ। ਉਸ ਗਰੁੱਪ ਦੇ ਇੰਪੈਕਟ ਕਰਕੇ, ਉਹਦੇ ਪ੍ਰਭਾਵ ਕਰਕੇ ਇਹ ਗਲਤ ਪਾਸੇ ਜਾ ਰਿਹਾ। ਇੰਗਲੈਂਡ ਦੇ ਵਿੱਚ ਤਾਂ ਬੜੀ ਲੰਮੀ ਚੌੜੀ ਰਿਸਰਚ ਹੋਈ। ਉਹਨਾਂ ਕਿਹਾ ਲੈਟਸ ਫਾਈਂਡ ਆਊਟ ਦ ਕਿਡ ਹੂ ਇਜ਼ ਐਕਚੁਅਲੀ ਲੀਡਿੰਗ ਐਵਰੀਵਨ ਟੂਵਰਡ ਬੈਡ ਕੰਪਨੀ, ਟੂਵਰਡ ਬੈਡ ਚੋਇਸਿਸ। ਉਹ ਸਾਰਾ ਜਦੋਂ ਉਹਨਾਂ ਨੇ ਇਹਦੇ ਉੱਤੇ ਜਿਹੜਾ ਫਾਈਂਡ ਆਊਟ ਕੀਤਾ, ਅਤੇ ਅਖੀਰ ਉਹਨਾਂ ਦੀ ਚੋਇਸ ਇਹਨਾਂ ਦੀ ਇਹ ਸੀਗੀ, ਜਿਹੜੀ ਉਹਨਾਂ ਨੇ ਉਹਦੇ 'ਚੋਂ ਰਿਜ਼ਲਟ ਲਿਆਂਦਾ ਕਿ ਵੀ ਕੈਨ ਨੋਟ ਫਾਈਂਡ ਦ ਬੈਡ ਕਿਡ। ਅਸੀਂ ਉਹ ਬੁਰਾ ਬੱਚਾ ਨਹੀਂ ਲੱਭ ਸਕੇ ਜਿਹਦੇ 'ਤੇ ਸਾਰਾ ਇਲਜ਼ਾਮ ਹੁੰਦਾ ਆ।
क्योंकि जिन्हों पुछते हो किसी घर के किसी माँ बाप के किसी को जाके साडा बच्चा तो बड़ा चंगा, दूजे विगाड़ दे, वो कहते दूजा लभा ही नहीं सानू, वो दूजा कौन जिहड़ा विगाड़दा है। फिर दा मायना की है? मायना इहदा यह है कि जिहड़ियां साडियां उस तरीके दियां साडियां आदतां ने, साडियां हैबिचुअलिटीज़ ने, यही फिर सानू लीड करदियां ने उहो जिहे ग्रुप की एसोसीएशन बनाउण वास्ते। सो साहिब महाराज जिहड़ा बयान करदे कि तेरी सफरिंग इस करके नहीं कि तू माड़ा जिहड़ा हैगा बंदा तेरे कोल आ गया या माड़े बंदे ने तेनू जिहड़ा उस तरीके दे नाल प्रभाव पा दिता। एक्चुअल लैवल जिहड़ी तेरी सफरिंग आ, क्योंकि तू चूज सही नहीं कर रहा, चॉइसिस सही नहीं बना रहा, इसलिए तेनू ओहो जी जिहड़ा हैगा ग्रुप ओहो जे बंदे वो अपील करते, सब चीज़ां होंदियां। इत्थे गुरु अर्जन साहब ने बात की, बंदा जे बेसिक लैवल ते अपने माइंड दे विच क्लैरिटी लै आवे कि जिन्नू मैं अपना कहना हैगा, वेयर एवर आई वांट टू अंगेज माई सैल्फ, वो किवें दा होएगा? वो डेफिनेटली मेरे वर्गा होएगा। जे मेरे वर्गा होएगा तो जे मैं आप माड़ा हाँ तो मैं चंगे नाल अंगेज किवें करांगा? नहीं कर सकांगा। ये सच्चाई है। असीं गुरु ग्रंथ साहिब शब्द पढ़ते हैं, महाराज जिक्र करते, सच्चार सिख बैठे सतगुर पास। जिहड़े सच ने नाल एसोसीएशन रखण वाले ने वो गुरु कोल आके बैठते हैं। कुड़ियार कुड़ियारी जाए रले, जिहड़े कूड़ दे नाल ने इहदे च बहुत सारियां एग्जाम्पल्स कीतियां जांदियां ने। जिवें कहंदे ने भी कां दी एग्जाम्पल कीती गई। हुण कां नूं तुसीं बिना शक हंसां दे उस लैवल ते रलाउण दी ट्राई करो, वो कहंदे ने कि वो नहीं रलदा, ना ਉਹਦਾ रंग रले, ना ਉਹਦਾ शक्ल रले, ना ਉਹਦੀ बोली रले, तो ਉਹਦੀਆਂ चॉइसिस तो कित्थों रलणगीਆਂ? ये सब चीज़ां तो साहब महाराज ने जिक्र किया कि भाई ये चीज़ों इस तरीके नाल तुसीं देख लवो। पर कई बार ये भी हुंदा है कि चलो कां ते नहीं रलदा, बोली वक्री है, ਉਹਦਾ जिहड़ा आ शक्ल वक्री है, रंग वखरा है, सब चीज़ां, पर बगला वो तो बिल्कुल ਉਹਦੇ वर्गा लगता है। इनू असी बचन पढ़ीए, बग्गा बग्गे कपड़े तीर्थ मंज वसन। बग्गे कपड़े पाउण वाले बगले चिट्टे बिल्कुल हंस वर्गे लगते हैं, भुलेखा उवें दा पैंदा है। तीर्थ मंज रहिंदे भी पानी ते ने, बिल्कुल इक्को जी लंज लगता जिवें इक्को रूप आ। पर हाँ घुट घुट जियां खावणे बग्गे ना कहियन। ये होने के बावजूद भी वो बगले ही ने, हंस नहीं। क्यों नहीं? क्योंकि चॉइसिस ऑफ फूड जिहड़ी है, चॉइसिस ऑफ जिन्हों असीं कहा जाए कि जिहड़ी उन्हां दी अर्निंग आ, जिहड़ी उन्हां दी लाइफ वास्ते जो उन्होंने करनी हैगी, वो सारे दी सारी जिहड़ी है दैट इज़ वो बिल्कुल मैच नहीं करती हंस दे नाल। इत्थे असीं ये बात कहीए, जे आपां हंस बनना आ, जे आपां उस गुरमुख लैवल ते जाना आ, गुरमुखां दी संगत करनी है। एक रंग होर इहदे नाल ऐड ऑन कर देना वा, क्योंकि शब्द बड़ा प्यारा आ, ओए साजन ओए मीत प्यारे जो हमको हर नाम चितारे। गुरु ग्रंथ साहब की मोस्टली बाणी साडे अपने वास्ते है, मतलब साडी अपनी सैल्फ कॉन्शियस नूं एड्रैस करती है, तुहानूं अवेयर करती है। अपने आप नूं दसना मेरा सज्जन कौन है, मित्र कौन है। जिहड़ी चीज़ तुसीं अपने आप नूं दसनी है वो तां ही दसोगे जो तुहानूं अपील करती है। इहनूं होर मैं डीप लैवल ते लिया देवां। तुसीं देखो आपां प्रेयर करते हैं कि मेरा कुछ चंगा काम हो जाए। हुण मैं प्रेयर तो कर रहा भी मेरा आ काम बन जाए, पर इन डीड मैनू ये पता आ ये सच नहीं गा, ये काम नहीं बनना। क्यों नहीं बनना? क्योंकि दो चीज़ां साडे नाल, मैं बीते कल भी थोड़ी जी बात की शायद इत्थे, साडे तो दूर नहीं हो सकदियां। नंबर वन थिंग इज़ आवर पास्ट एक्सपीरियंसिस, साडे पिछोकड़ दे जिहड़े तजुर्बे ने, उन्हां च किसी का फेल होना, किसी का माड़ियां आदतां विच जाना, सब चीज़ां नाल हुंदियां ने। बंदा उन्हां वल देखदा, बंदा कहंदा नो 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 इट्स नॉट पॉसीबल, क्योंकि मेरा पास दा एक्सपीरियंस दस रहा। इहदे विचों फिर नैक्सट चीज़ आउंदी इमैजीनेशन। बंदा उस बेस के उत्ते इमैजिन करता है, जिन्होंने असीं एंटीसिपेशन भी कह सकते हैं, अंदाज़ा लाता है। वो सोचता आ नो एवें हो नहीं सकता, कैलकुलेशन ठीक नहीं बैठती। इत्थे फिर जाके
उस एक तरीके दे नाल भावें वो जिन्ना मर्जी प्रेयर करे कहे मैं आ काम करना है पर अंदरों आवाज़ आउंदी नहीं होना नहीं हो सकना। हुण इहनूं जिहड़ा चेंज करन वास्ते इक्को ही चीज़ आ सही तरीके नाल अपने आप नूं पहलां अंडरस्टैंड कर। अंडरस्टैंड ये करन दी लोड़ आ। गुरु ग्रंथ साहब ने बचन कहा आ कि जिहड़ी होप आ सच ते है ते सच ये है कि कदी तू तुर नहीं सी सकदा तैनूं हौली हौली तुरना आ गया फिर तुरन तो भजन लग गया बोल नहीं सकता बोलन लग गया पढ़ नहीं सकता पढ़न ये सब चीज़ां होईयां इट ऑल हैपन्ड। ये भी हिस्टरी है देख दे बारे। अगे जाके तू जो चॉइसिस बिल्ड कीतियां एनवायरमेंट दे विच ध्यान नहीं रखिया यू आर नॉट अवेयर दैट टाइम जिहड़ी लैक ऑफ अवेयरनैस आ लैक ऑफ प्रॉपर एजुकेशन आ इनफॉर्मेशन आ उस सारे दे बेस के उत्ते चीज़ां बणियां। जे हुण तू चेंजिस करना चाहुंदा आ फिर एक काम कर आप चीज़ां बदल। नंबर एक इनफॉर्म्ड डिसीजन अपने आप दे नाल इनफॉर्मेशन गैदर कर। मैं सज्जन बनाना है बाहर कोई मित्र मास का पुतला बिल्कुल कोई दोस्त कोई हो पर वो दोस्त सज्जन किस बेस ते मैं चूज करना आ मैनू इनफॉर्मेशन चाहिए है ਉਹਦੇ ਲਈ फिर मैं अखर चाहिए ने शब्द चाहिए ने अल्फाज चाहिए ने उपदेश चाहिए ने टीचिंग्स चाहिए। इत्थे जाके फिर असल सज्जन कौन होएगा शब्द असल सज्जन है। अल्फाज हरफ अखर इन्हों पकड़ इन्हां दे लैवल ते इन्हां नूं इनलाइटेड करन दे रोशन दिमाग करन दे तैनूं इन्हां दे जरिए तो उत्थे जाके पहुंच सकेंगे। I might have actually discussed this example earlier too, but let me give this example over here one more time because that's very significant. It's very significant over here. जिहड़ा मायना उहदे च इह हैगा कि मैं स्टेट्स विच सीगा तो उत्थे एक बड़े महंगे इलाके विच मैं उत्थे कुछ समय लई मतलब ठहरिया सीगा तो गल्लां बातां होईयां तो मैं देखिया आले दुआले बड़ा क्वाइट इलाका हैगा आ तो मेरे उत्थे मित्र ने तो मैं उन्होंने पूछा मैं क्या ये बड़ी रिटायर्ड जी कम्यूनिटी लगती है रिटायर्ड लोग रहिंदे होणगे इत्थे तो हस के कहन लगा भाई साहब रिटायर्ड लोग तेनों अफोर्ड ही नहीं कर सकते जिड्डा महंगा इलाका आ बहुत हाई लैवल का प्रॉपर्टी टैक्स है इत्थे बहुत जिहड़ा हैगा आ इत्थे जिहड़ी लिविंग एक्सपेंसिस ने बड़े हायर ने इस करके बहुत इत्थे ते लोग रहिंदे ने चंगी स्कूलिंग करके ते खास करके जिहड़े हाई स्कूल ने बड़े वधिया ने इत्थे सैकेंडरी स्कूल बड़े वधिया ने उहदे करके लोग इत्थे रहिंदे ने। इत्थे ज़्यादातर जिहड़े बच्चों के जिन्हां लोगों के टीनेज बच्चे ने वो ज़्यादातर इत्थे रह रहे हैं हर घर दे एक दो बच्चे टीनेज तुहानूं मिल जाणगे। रियली इहो जी यंग पापूलेशन इत्थे रह रही है पर लगता नहीं। मैं देखे ने इलाके जिथे यंग जनरेशन होंदी है तो किवें कारां दे व्हील स्मोक करते हैं तो सब चीज़ां होंदियां ने ते रौला पैंदा बट इट्स वेरी क्वाइट। How it's happening over here? Can you give me a little bit information why it's happening that way? वो कहते जी गल है कि इत्थे ना जिहड़ी कम्यूनिटी इनफॉर्मेशन वास्ते कम्यूनिटी एजुकेशन वास्ते बहुत जोर लाउंदे ने बड़े कैंप लाउंदे ने बच्चियां नूं जिन्हों कहा जाए कि लाइफ लर्निंग जिहड़ी स्किल्स ने लाइफ जिहड़ी जीण वास्ते जिहड़ियां स्किल्स चाहिदियां होंदियां ने वो लर्न कराउण वास्ते इन्हों बहुत मतलब इस किस्म के जोड़ा है एफर्ट पाते उपराले करते हैं। ठीक है जी कुछ मैं भी देख सकता कि दिखा देने थोड़ा बाय चांस उन्होंने दिनों उन्होंने एक जोड़ा है कैंप उन्होंने दिनों कंडक्ट किया तो मैं भी चला गया नाल वो देखने वास्ते। उत्थे गया तो उन्होंने मतलब उन्होंने यंग बच्चे बैठे अगे यंगस्टर्स तो जोड़ा उन्होंने की स्पीकर आ वो लैक्चर डिलीवर कर रहा है तो लैक्चर डिलीवर करता है तो लैक्चर डिलीवर करने दे मतलब अजे बिल्कुल शुरुआत कर रहा हो जो असी देखे जाके असी उन्होंने जोड़ा है अटेंड कर रहे हैं तो वो शुरुआत इतों होंगी है कि किड्स आई रियली वांट टू टेल यू गाइस दैट जोड़ा सानू कोई सजैशन तुहानू कोई किसी किस्म के नाल कोई तुहानू कहिंदा है कि एवें ना करो एवें करो तो तुहानू कोई सजैशन दिंदा है तुहानू तुहाडी लाइफ नू एस्कॉर्ट करन दी एफर्ट पा रहा है
तो जो तुहाडे पेरेंट्स ने, तुहाडे केयर टेकर ने जिहड़े ने, मैं तुहानूं स्ट्रिक्टली कहना भी डोंट ईवन बॉदर योर सैल्फ टू लिसन दैम, नो देयर इज़ नो नीड टू लिसन दैम। वो बच्चे जिहड़े बड़े खुश हो रहे हैं, कमाल है, बड़ी वधिया। नहीं तो अदरवाइज अक्सर यही जिहड़ा हैगा प्रीच किया जाता है, लिसन टू योर पेरेंट्स, लिसन टू योर एक्चुअली जिहड़े तुहाडे गार्डियन ने उन्होंने लिसन करो, ये उत्ते बात होंदी। ये बंदा टोटली डिफरेंट है। असीं भी बड़े ध्यान नाल सुन रहे, कुछ होर दो चार गल्लां कीतियां। वो कहते फिर जे आपां अपने पेरेंट्स नूं नहीं सुणांगे, टीचर्स नूं नहीं सुणांगे, अपने जिहड़े खास करके सानूं गाइड करने वाले उन्होंने नहीं सुणांगे, दैन होम वी गोना लिसन, किहनूं सुणांगे असीं? वो कहंदा हाउ अबाउट आवर फ्रेंड्स, दोस्तां नूं सुणने। दोस्त वो तो होर वधिया एडवाइजर हो सकदे ने, उन्हां नाल सांझ बनानी चाहिदी है। हुण ये जिहड़ी बात कीती वो सारे हाँ एग्री करदे, हाँ भी दोस्तां दी गल जरूर बननी चाहिदी है। सो ये सारे उत्तर एक सारे जिहड़ा उन्होंने सारे की अटैंशन बाय कर ली, उन्होंने अपने नाल इंगेज कर लिया एक लैवल पर, बिल्कुल उस तरीके का माहौल बना लिया। हुण वो अपनी मेन गल ते आ रहा, जिवें मैं देख रहा पे स्पीकर किवें अपनी स्पीच डिलीवर कर रहा। वो कहता बट सम टाइम आवर फ्रेंड्स कैन मेक मिस्टेक्स, दे कैन एक्चुअली गिव अस रॉन्ग एडवाइस, दे माइट हैव सम काइंड ऑफ envy or jealous with us, and that's why they're not giving us proper advice. Then in that scenario where to go? ਇਹੋ ਜਿਹੀ ਹਾਲਤ 'ਚ ਕੀ ਬਣੇਗਾ ਫਿਰ? ਜਦੋਂ ਇਹੋ ਜਿਹੀ ਬਾਤ ਉਹਨੇ ਕੀਤੀ, ਫਿਰ ਸਾਰੇ ਹੋਰ ਧਿਆਨ ਦਿੰਦੇ ਵੀ ਗੱਲ ਠੀਕ ਹੈ। ਕਹਿੰਦਾ ਪਰ ਮੈਂ ਤੁਹਾਨੂੰ ਦੱਸਾਂ, ਮੇਰੇ ਕੋਲ ਇੱਕ ਤੁਹਾਡੇ ਵਾਸਤੇ ਸਜੈਸ਼ਨ ਬੜਾ ਵਧੀਆ ਆ। ਉਹ ਇਹ ਹੈਗਾ ਕਿ ਜੇ ਤੁਸੀਂ ਦੋਸਤ ਚੂਜ਼ ਕਰਨੇ ਨੇ, ਵਧੀਆ ਚੂਜ਼ ਕਰੋ, ਜਿਹੜੇ ਤੁਹਾਨੂੰ ਜਲਦੀ ਤੋਂ ਜਲਦੀ ਮਾੜੇ ਪਾਸੇ ਲਿਜਾਣ ਹੀ ਨਾ, ਚੰਗੇ ਪਾਸੇ ਲੈ ਕੇ ਜਾਣ। ਉਹ ਕਹਿੰਦਾ ਜੀ ਉਹ ਦੋਸਤ ਕਿਵੇਂ ਦੇ ਹੋਣਗੇ? ਕਹਿੰਦਾ ਮੈਂ ਤੁਹਾਨੂੰ ਉਹਨਾਂ ਦੀ ਫਿਜ਼ੀਕਲ ਅਪੀਅਰੈਂਸ ਦੱਸ ਦਿੰਦਾ, ਹਾਊ ਦੇ ਲੁੱਕ ਲਾਈਕ, ਸੋ ਦੈਟ ਯੂ ਕੈਨ ਚੂਜ਼ them easily without actually having any hard time or having any trouble. So those friends actually which are really good for us, which can lead us actually toward right path of the life, they always wear black outfits or black actually kind of clothing. ਹੁਣ ਇਹ ਜਿਹੜੀ ਗੱਲ ਆ ਉਹਨੇ ਮੈਟਾਫੋਰਿਕ ਵੇ ਨਾਲ ਕੀਤੀ, ਅੱਗੇ ਜਾ ਕੇ ਉਹਨੇ ਫਿਰ ਉਹਨੂੰ ਜਿਹੜਾ ਹੈਗਾ ਥੋੜਾ ਐਕਸਪੈਂਡ ਕਰਕੇ ਉਹਨੂੰ ਜਿਹੜਾ ਐਕਸਪਲੇਨ ਕੀਤਾ। ਉਹ ਕੌਣ ਨੇ ਭਾਈ ਜਿਹੜੇ ਕਾਲੇ ਕੱਪੜੇ ਪਾਉਂਦੇ ਨੇ? ਫਿਰ ਉਹ ਕਹਿੰਦਾ ਕਾਲੇ ਕੱਪੜੇ ਹੀ ਨਹੀਂ ਪਾਉਂਦੇ, ਉਹ ਚਿੱਟੀਆਂ ਸੇਜਾਂ ਤੇ ਬੈਠਦੇ ਨੇ, ਬਿਲਕੁਲ ਵਾਈਟ ਚੇਅਰਸ ਐਕਚੁਅਲੀ ਉਹਨਾਂ ਦੇ ਉੱਤੇ ਜਿਹੜਾ ਹੈਗਾ ਵਾਈਟ ਕਿਸਮ ਦੇ ਜਿਹੜਾ ਸਰਫੇਸ ਦੇ ਉੱਤੇ ਮਿਲਦੇ ਨੇ। ਉਹ ਹੋਰ ਜ਼ਿਆਦਾ ਬੱਚੇ ਜਿਹੜੇ ਇੰਟਰਸਟਡ ਹੋ ਰਹੇ ਨੇ ਵੀ ਗੱਲ ਕੀ ਹੈ। ਅਖੀਰ ਉਹ ਗੱਲ ਇਹ ਕਰਦਾ, ਕਹਿੰਦਾ ਇਹੋ ਜਿਹੇ ਫਰੈਂਡਸ ਪਤਾ ਮਿਲਦੇ ਕਿੱਥੇ ਨੇ? ਲਾਇਬ੍ਰੇਰੀਜ਼ ਦੇ ਵਿੱਚ। ਐਕਚੁਅਲੀ ਉਹ ਬੁੱਕਸ ਦੀ ਗੱਲ ਕਰ ਰਿਹਾ, ਕਾਲੇ ਅੱਖਰਾਂ ਦੀ ਗੱਲ ਕਰ ਰਿਹਾ, ਚਿੱਟੇ ਪੰਨਿਆਂ ਦੀ ਗੱਲ ਕਰ ਰਿਹਾ, ਕਿਤਾਬਾਂ ਦੀ। ਹੁਣ ਇਹ ਸਾਰੇ ਸਿਨੈਰੀਓ ਜਿਸ ਦੇਖਦੀ ਏ ਤੇ ਗੁਰੂ ਪਾਤਸ਼ਾਹ ਨੇ ਕਿਹਾ ਸੀਗਾ ਸ਼ਬਦ ਤੇ ਲੜ ਲਾ ਕੇ ਚੱਲਾਂ, ਸ਼ਬਦ ਕਰਨਧਾਰ ਹੈ ਤੇਰਾ। ਸ਼ਬਦ ਨੂੰ ਸੱਜਣ, ਸ਼ਬਦ ਨੂੰ ਦੋਸ਼, ਸ਼ਬਦ ਨੂੰ ਤੂੰ ਆਪਣਾ ਗਾਈਡ ਬਣਾ, ਇਹਨੂੰ ਐਸਕॉर्ट ਕਰਨ ਦੇ ਆਪਣੀ ਲਾਈਫ ਸ਼ਬਦ ਦੇ ਜ਼ਰੀਏ। ਕਿਉਂਕਿ ਇਨਫੋਰਮ ਡਿਸੀਜਨ ਬਣਾਉਣੇ ਨੇ ਤੁਸੀਂ, ਜੇ ਤੁਹਾਡੇ ਕੋਲ ਪ੍ਰੋਪਰ ਇਨਫੋਰਮੇਸ਼ਨ ਹੈਗੀ ਹੈ ਆਪਣੇ ਆਪ ਨੂੰ ਸਮਝਾਉਣ ਵਾਸਤੇ, ਦੱਸਣ ਵਾਸਤੇ, ਦੈਨ ਯੂ ਕੈਨ actually have a level, you can get your actually caliber at a level, you can make your character at a level. ਉਹ ਜਿਹੜਾ ਕਰੈਕਟਰ ਦੇ ਵਿੱਚ, ਉਹ ਜੇ ਕੈਲੀਬਰ ਦੇ ਵਿੱਚ ਉਹਦੇ ਚੋਇਸਿਸ ਬਿਲਡ ਹੋਣਗੀਆਂ, ਉਹ ਡੈਫੀਨੇਟਲੀ ਰਾਈਟ ਹੋਣਗੀਆਂ। ਤੇ ਜਦੋਂ ਤੁਸੀਂ ਸੱਜਣ ਮਿੱਤਰ ਸੁਹਿਰਦ ਉਹ ਵੀ ਚੁਣੋਗੇ, ਉਹ ਵੀ ਠੀਕ ਹੋਣਗੇ। ਸੱਜਣਾ ਨਹੀਂ ਤੁਹਾਨੂੰ ਰੱਬ ਦੇ ਨਾਂ ਦੇ ਨਾਲ ਜੋੜਨਾ ਆ। ਇਹੀ ਹੈ ਲਾਈਫ ਜਿਹੜੀ ਹੈ, ਆਲੇ ਦੁਆਲੇ ਜੀਆਂ ਨਾਲ ਹੀ ਭਰ ਕੇ ਚੱਲਦੀ ਹੈ। ਪਰ ਉਹ ਜਿਹੜੇ ਜੀ ਨੇ, ਜਿਹੜੇ ਉਹ ਜਿਹੜੀ ਉਹ ਖਾਸ ਕਰਕੇ ਹਿਊਮਨ ਕੰਪਨੀ ਹੈ ਤੁਹਾਡੀ ਸਾਰੇ ਦੀ ਸਾਰੀ, ਉਹ ਕਿਵੇਂ ਦੀ ਹੋਏਗੀ? ਤੁਸੀਂ ਉਸ ਕੰਪਨੀ ਨੂੰ ਅੰਗੇਜ ਆਪਣੇ ਨਾਲ ਕਰਨਾ ਹੈ, ਆਪਣੀ ਵਿਜ਼ਡਮ ਦੇ ਲੈਵਲ 'ਤੇ, ਆਪਣੀਆਂ ਚੋਇਸਿਸ ਦੇ ਲੈਵਲ 'ਤੇ, ਤਾਂ ਹੀ ਤੁਸੀਂ ਇੱਕ ਲੈਵਲ 'ਤੇ ਜਾ ਕੇ ਉਸ ਚੀਜ਼ ਨੂੰ ਇੰਜੋਏ ਕਰ ਸਕੋਗੇ। ਗੁਰੂ ਅਰਜਨ ਸਾਹਿਬ ਨੇ ਕਿਹਾ, ਓਏ ਸਾਜਨ ਓਏ ਮੀਤ ਪਿਆਰੇ, ਆਪਣੀ ਚੋਇਸ ਬਿਲਕੁਲ ਕਲੀਅਰ ਆ। ਆਪਣਾ ਸੱਜਣ ਉਹ ਹੈ, ਆਪਣਾ ਮਿੱਤਰ ਹੋਏ, ਆਪਣਾ ਬੰਧੂ ਹੋਏ, ਉਹੀ ਮੇਰਾ ਸੱਜਣ ਆ। ਜੋ ਹਮਕੋ ਹਰਿ ਨਾਮ ਚਿਤਾਰੇ, ਜਿਹੜਾ ਮੈਨੂੰ ਰੱਬ ਤੇ ਰੱਬ ਦੇ ਭੈ ਭਾਵ ਵਿੱਚ ਰੱਖੇ, ਜੀਵਨ ਦੇ ਅਮਲ ਵਿੱਚ ਇਹ ਤਸਦੀਕ ਕਰਾ ਦੇ ਮੈਨੂੰ,
मैं ਮਹਿਮਾਨ ਦੀ ਤਰ੍ਹਾਂ ਧਰਤੀ ਤੇ ਹਾਂ। ਮੈਨੂੰ ਮਾਲਕ ਨੇ ਜੀਵਨ ਦਿੱਤਾ ਤੇ ਦਿੱਤਾ ਆ ਕਿਸੇ ਵੱਡੇ ਡਿਸਿਪਲਿਨ ਨੂੰ ਇੰਜੋਏ ਕਰਨ ਵਾਸਤੇ। ਇਹ ਚੀਜ਼ ਮੇਰੇ ਜ਼ਹਿਨ ਚੋਂ ਕਦੀ ਨਿਕਲੇ ਨਾ, ਕਦੀ ਦੂਰ ਨਾ ਜਾਏ। ਇਹ ਅਸਲ ਸਾਜਨ ਆ, ਇਹ ਅਸਲ ਸੱਜਣਤਾ ਆ। ਇਹੋ ਜਿਹੇ ਲੋਕ ਮੇਰੇ ਆਲੇ ਦੁਆਲੇ ਹੋਣ। ਅਸੀਂ ਤੇ ਮੈਂ ਐਕਚੁਅਲੀ ਕਾਉਂਸਲਿੰਗ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਚੇਂਜ ਹੁੰਦੀਆਂ ਦੇਖੀਆਂ ਪਿਛਲੇ ਕੁਝ ਵਰ੍ਹਿਆਂ ਦੇ ਵਿੱਚ ਹੀ। ਬੜੀ ਫਾਸਟ ਜਿਹੜੇ ਨੇ ਕੁਝ ਚੇਂਜਸ ਆਏ ਨੇ, ਜਿਹਨਾਂ 'ਚ ਇੱਕ ਚੇਂਜ ਇਹ ਵੀ ਆਇਆ ਹੈ ਬੜਾ ਵੱਡੇ ਲੈਵਲ 'ਤੇ ਕਿ ਹੁਣ ਸਪੋਜ਼ ਕਰੋ ਸਪੈਸ਼ਲੀ ਯੰਗਸਟਰਸ ਦੇ ਵਿੱਚ, ਜਦੋਂ ਯੰਗਸਟਰਸ ਦੇ ਵਿੱਚ ਕੋਈ ਬਿਹੇਵੀਅਰਲ ਇਸ਼ੂਜ਼ ਨੇ, ਕੋਈ ਕਿਸੇ ਕਿਸਮ ਦੀ ਉਹ ਟਰਬਲ ਆ, ਅਤੇ ਉਹਦੇ ਬਾਰੇ ਕਿਹਾ ਜਾਂਦਾ ਹੈ ਕਿ ਓਕੇ ਉਹਨੂੰ ਇਹ ਪੁੱਛੋ ਉਹਦਾ ਫਰੈਂਡ ਸਰਕਲ ਕਿਵੇਂ ਦਾ ਹੈਗਾ ਆ, ਜਿਹੜੀ ਉਹਦੀ ਚੋਇਸਿਸ ਆਫ ਫਰੈਂਡ ਆ ਉਹ ਕਿਵੇਂ ਦੀ ਹੈ। ਉੱਥੋਂ ਪਤਾ ਲੱਗ ਜਾਏਗਾ ਇਹਦੇ ਅੰਦਰ ਕੀ ਚੱਲ ਰਿਹਾ ਹੈਗਾ। ਜੇ ਉਹਨੂੰ ਬੜੇ ਵਾਇਲੈਂਟ ਬਿਹੇਵੀਅਰ ਵਾਲੇ, ਬੜੇ ਅਬਿਊਜ਼ਰ, ਬੜੇ ਜਿਹੜਾ ਹੈ ਨਸ਼ੇ ਪੱਤੇ ਕਰਨ ਵਾਲੇ, ਬੜੀ ਰੋਂਗ ਲੈਂਗੁਏਜ ਯੂਜ਼ ਕਰਨ ਵਾਲੇ, ਜਿਹੜੇ ਬੜੇ ਜ਼ਿਆਦਾ ਜਿਹਨੂੰ ਕਿਹਾ ਜਾਏ ਕਿ ਬੜੇ ਡਿਸਟਰੈਕਟਿਵ ਨੇ, ਲਾਈਫ ਨੂੰ ਕਿਸੇ ਲੈਵਲ 'ਤੇ ਕਿਸੇ ਕ੍ਰੀਏਟਿਵ ਜਾਂ ਕਿਸੇ ਕੰਸਟਰਕਟਿਵ ਵੇ ਨਾਲ ਇੰਜੋਏ ਕਰਨ ਦੀ ਬਜਾਏ ਕਿਸੇ ਡਿਸਟਰੈਕਸ਼ਨ ਵਾਲੇ ਪਾਸੇ ਵੱਧ ਰਹੇ ਨੇ। ਸਭ ਚੀਜ਼ਾਂ ਹੋ ਰਹੀਆਂ ਨੇ। ਮੰਨ ਕੇ ਚੱਲੋ ਇਹਦੇ ਅੰਦਰ ਕੀ ਚੱਲ ਰਿਹਾ ਹੋਏਗਾ। ਡੈਫੀਨੇਟਲੀ ਬੰਦਾ ਸਟੇਬਲ ਨਹੀਂ ਹੈਗਾ ਅੰਦਰੋਂ। ਇਹਨੂੰ ਅੰਦਰ ਦੀ ਸਟੇਬਿਲਿਟੀ ਦੀ ਵੱਡੇ ਲੈਵਲ 'ਤੇ ਲੋੜ ਆ ਤਾਂ ਕਿ ਚੋਇਸਿਸ ਠੀਕ ਕਰ ਸਕੇ। ਚੋਇਸਿਸ ਆਫ ਫਰੈਂਡਸ, ਚੋਇਸਿਸ ਆਫ ਨੀਅਰ ਐਂਡ ਡੀਅਰ, ਚੋਇਸਿਸ ਆਫ ਐਕਚੁਅਲੀ ਕੰਪਨੀ। ਗੁਰੂ ਬਾਬਾ ਜੀ ਕਹਿੰਦੇ ਅੰਦਰ ਦੀ ਦੁਨੀਆ 'ਚ ਰੱਬ ਦਾ ਭੈ ਲੈ ਕੇ ਆ, ਨਾਮ ਦੀ ਮਹਿਮਾ ਲੈ ਕੇ ਆ, ਆਪਣੇ ਆਪ ਨੂੰ ਉਸ ਇਨਫੋਰਮੇਸ਼ਨ ਨਾਲ ਭਰ ਜਿਹੜੀ ਇਨਫੋਰਮੇਸ਼ਨ ਅੰਦਰੋਂ ਹੀ ਅਪੀਲ ਕਰੇ, ਆ ਮੇਰਾ ਰਾਹ ਠੀਕ ਹੈ, ਆ ਰਾਹ ਗਲਤ ਹੈ ਮੇਰੇ ਵਾਸਤੇ, ਮੈਨੂੰ ਇਹਦੇ ਨਾਲ ਦੋਸਤੀ ਬਣਾਉਣੀ ਚਾਹੀਦੀ, ਇਹਦੇ ਨਾਲ ਨਹੀਂ ਬਣਾਉਣੀ ਚਾਹੀਦੀ। ਦੈਟ ਕਾਈਂਡ ਆਫ ਐਕਚੁਅਲੀ ਚੋਇਸਿਸ ਤੇਰੇ ਅੰਦਰੋਂ ਆਉਣ। ਉਹਦੀ ਬਾਤ ਹੋਈ ਇਹਦੇ 'ਚ ਜੋ ਹਮਕੋ ਹਰੀ ਨਾਮ ਚਿਤਾਰੇ। ਸ਼ੁਰੂਆਤੀ ਬਚਨ ਹੈ ਜਾਂ ਕੈ ਦਰਸ ਪਾਪ ਕੋਟ ਉਤਾਰੇ, ਭੇਟਤ ਸੰਗੇ ਭਵ ਜਲ ਤਾਰੇ। ਜਾਂ ਕੈ ਦਰਸ ਪਾਪ ਕੋਟ ਉਤਾਰੇ। ਅੱਜ ਕੱਲ੍ਹ ਲਾਅ ਆਫ ਅਟਰੈਕਸ਼ਨ ਜਿਵੇਂ ਪੜ੍ਹਾਇਆ ਜਾਂਦਾ, ਉਹਦੇ 'ਚ ਕਿਹਾ ਜਾਂਦਾ ਕਿ ਅਸੀਂ ਸਾਰੇ ਇੱਕ ਓਰਾ ਹਰ ਵਕਤ ਕੈਰੀ ਕਰਦੇ ਹਾਂ। ਸਾਡਾ ਓਰਾ, ਕੁਝ ਲੋਕਾਂ ਨੂੰ ਐਨਰਜੀ ਕਿਹਾ, ਕੁਝ ਲੋਕਾਂ ਨੇ ਉਹਨੂੰ ਵੇਵਜ਼ ਕਿਹਾ। The people actually are explaining on their own a kind of experiences and on their actually way. But exact ਬਾਤ ਇਹ ਹੈ ਜਿਹੜਾ ਸਾਡਾ ਕੰਪਲੀਟ ਪਰਸੋਨਾ ਆ, ਸਾਡੀ ਹੋਲ ਪਰਸਨੈਲਿਟੀ ਹੈ, ਇਹ ਆਪਣੇ ਆਪ ਵਿੱਚ ਬਹੁਤ ਕੁਝ ਬੋਲਦੀ ਹੈ। ਪੰਜਾਬੀ ਲੈਂਗੁਏਜ ਅਸੀਂ we sometimes use 3 words. Those words are ਦਸਤਾਰ, ਗੁਫਤਾਰ ਤੇ ਰਫਤਾਰ। ਦਸਤਾਰ ਜਿਹੜਾ ਸਾਡਾ ਸਾਰੇ ਦਾ ਸਾਰਾ ਜਿਹੜਾ ਸਾਡੀ ਫਿਜ਼ੀਕਲ ਜਿਹੜਾ ਡਰੈਸਅਪ ਹੋਣ ਦਾ ਤਰੀਕਾ, ਜਾਂ ਜਿਹਨੂੰ ਫਿਜ਼ੀਕਲ ਅਪੀਅਰੈਂਸ ਕਹਿ ਲਓ ਐਗਜ਼ੈਕਟਲੀ, ਜਿਹੜੀ ਇਹ ਵਰਡ ਜ਼ਿਆਦਾ ਐਪਰੋਪਰੀਏਟ ਆ। ਇਹਦੇ ਨਾਲ ਪਤਾ ਲੱਗਦਾ ਹੈ ਬੰਦਾ ਕਿਵੇਂ ਦੀ ਚੋਇਸ ਬਣਾਉਂਦਾ ਹੈ। ਅਸੀਂ ਮੈਂਟਲ ਹੈਲਥ 'ਚ ਕੰਮ ਕਰਦੇ ਹਾਂ। ਮੈਂਟਲ ਹੈਲਥ ਦੇ ਵਿੱਚ ਬੰਦੇ ਦੀ ਮੈਂਟਲ ਸਟੇਬਿਲਿਟੀ ਨੂੰ ਦੇਖਣ ਵਾਸਤੇ ਸਭ ਤੋਂ ਪਹਿਲਾਂ ਉਹਦੀ ਪਾਉਣ ਦਾ ਤਰੀਕਾ ਦੇਖਿਆ ਜਾਂਦਾ ਹੈ। ਕੱਪੜੇ ਕਿਵੇਂ ਪਾਏ ਨੇ, ਲੁੱਕ ਕਿਵੇਂ ਦੀ ਹੈ, ਕਿਵੇਂ ਲੱਗ ਰਿਹਾ ਹੈਗਾ ਹੈ, ਕੀ ਉਹਨੂੰ ਪਤਾ ਆ ਕਿਹੜੀ ਚੀਜ਼ ਉਹਨੂੰ ਐਂਬੈਰਸਮੈਂਟ ਫੀਲ ਕਰਾਉਂਦੀ ਹੈ, ਕਿਹੜੀ ਚੀਜ਼ ਲੈਣ ਤੋਂ ਬਾਅਦ ਅਸ਼ੇਮਡ ਫੀਲ ਕਰਦਾ। ਇਹੋ ਜਿਹੀ ਚੀਜ਼ ਇਹਦੇ ਅੰਦਰ ਹੈ। ਜੇ ਸੈਂਸ ਆਫ ਰਿਸਪੈਕਟ ਹੈ, ਮੈਂਟਲੀ ਬੰਦਾ ਠੀਕ ਹੈ। ਜੇ ਹੀ ਚਲੀ ਗਈ ਇਹਦਾ ਮਤਲਬ ਬਾਕੀ ਚੀਜ਼ਾਂ ਤਾਂ ਕਿੱਥੇ ਰਹਿਣਗੀਆਂ। ਫਿਰ ਜਿਹੜੀ ਸੈਂਸ ਆਫ ਵਰਡ ਚੋਇਸਿਸ ਆ, ਸੈਂਸ ਆਫ ਬਿਹੇਵੀਅਰ ਆ, ਸੈਂਸ ਆਫ ਰਿਲੇਸ਼ਨਸ਼ਿਪ ਡੀਲਿੰਗ ਆ, ਉਹ ਕਿੱਥੋਂ ਰਹੇਗੀ। ਉਹ ਸਾਰੀਆਂ ਜਿਹੜੀਆਂ ਨੇ ਉਹ ਨੋਨ ਸੈਂਸਿਬਲ ਹੋ ਜਾਣਗੀਆਂ। ਉਹਦੇ 'ਚ ਬੰਦਾ ਸਮਝਦਾਰ ਨਹੀਂ ਰਹੇਗਾ ਜੇ ਇਹੀ ਚੀਜ਼ ਚਲੀ ਗਈ। ਸੋ ਇਹ ਬੇਸਿਕ ਚੀਜ਼ ਆ। ਹੋਲ ਪਰਸੋਨਾ ਸਾਡੀ ਜਿਹੜੀ ਸਾਰੀ ਦਿੱਖ ਆ। ਅੱਜ ਦਾ ਫੈਸ਼ਨ ਤੁਸੀਂ ਦੇਖੋ, ਫੈਸ਼ਨ ਸਾਰਾ ਦਾ ਸਾਰਾ ਇਹ ਹੈ, we wear some kind of clothing, we have some kind of outfit. For what? To buy others' attention. ਹੁਣ ਉਹ ਰੋਂਗ ਅਟੈਂਸ਼ਨ ਜਾਂ ਰਾਈਟ ਅਟੈਂਸ਼ਨ ਹੈ, ਸਾਡੇ ਆਊਟਫਿਟ 'ਤੇ ਖੜੀ ਹੈ ਸਾਰੀ ਚੀਜ਼। ਕਿਵੇਂ ਦਾ ਤੁਸੀਂ ਆਊਟਫਿਟ ਪਾ ਰਹੇ ਹੋ, ਕਿਵੇਂ ਦੀ ਤੁਸੀਂ ਚੀਜ਼ ਜਿਹੜੀ ਲੈ ਕੇ ਆ ਰਹੇ ਹੋ।
ਇਹ ਤੁਹਾਡੇ ਪਰਸੋਨਾ ਨੂੰ ਤੁਸੀਂ ਡੈਮੋਸਟ੍ਰੇਸ਼ਨ ਕਰ ਰਹੇ ਹੋ। ਵਟ ਕਾਈਂਡ ਆਫ ਪਰਸਨ ਆਰ ਯੂ? ਆਈ ਐਮ ਨੋਟ ਐਕਚੁਅਲੀ ਜਜਮੈਂਟਲ ਓਵਰ ਹੇਅਰ, ਬਟ ਦਿਸ ਇਜ਼ ਦ ਰਿਐਲਿਟੀ ਜਿਹੜੀ ਬਿਲਕੁਲ ਸਾਇੰਟੀਫਿਕ ਲੈਵਲ 'ਤੇ ਆ ਰਹੀ ਹੈ। ਫਿਰ ਗੁਫ਼ਤਗੂ, ਗੁਫ਼ਤਾਰ, ਬੰਦਾ ਕਿਸੇ ਖਾਸ ਕਿਸਮ ਦੀ ਦੇਖ ਖਿੱਚਿਆ, ਪਰ ਜਦੋਂ ਬੋਲਦਾ ਆ ਫਿਰ ਉਹਦਾ ਨੈਕਸਟ ਲੈਵਲ ਪਤਾ ਲੱਗਦਾ ਹੈ। ਫਿਰ ਬੋਲਣ ਤੋਂ ਬਾਅਦ ਪਤਾ ਲੱਗਦਾ ਹੈ ਐਕਚੁਅਲ ਲੈਵਲ 'ਤੇ ਰਫਤਾਰ ਜਿਹਨੂੰ ਕਹਿੰਦੇ ਆ, ਗੁਫ਼ਤਗੂ ਤੋਂ ਗੁਫ਼ਤਾਰ ਤੋਂ ਬਾਅਦ ਹੈਗਾ ਕੀ ਅਚੀਵ ਕੀਤਾ, ਕੀ ਨਹੀਂ ਕੀਤਾ, ਗੋਲ ਕੀ ਹੈ, ਏਮ ਕੀ ਹੈ, ਸਭ ਚੀਜ਼ਾਂ ਜਿਹੜੀਆਂ ਨੇ। ਕਿਸੇ ਦਾ ਦਰਸ਼ਨ, ਕਿਸੇ ਦੀ ਤੁਸੀਂ ਇਸ ਹੋਲ ਪਰਸਨੈਲਿਟੀ ਨੂੰ ਇਸ ਤਰੀਕੇ ਨਾਲ ਇੱਕ ਨਜ਼ਰ ਕੀਤੀ, ਇੱਕਦਮ ਅੰਦਰ ਇੱਕ ਚੰਗਾ ਖਿਆਲ ਆ ਗਿਆ। ਇਹੋ ਜਿਹੇ ਸ਼ਖਸ, ਇਹੋ ਜਿਹੇ ਲੋਕ ਸਾਡੇ ਆਲੇ ਦੁਆਲੇ ਹੋਣਗੇ, ਸਾਡੀ ਜ਼ਿੰਦਗੀ ਪੋਜ਼ਿਟਿਵਿਟੀ ਨਾਲ ਨਹੀਂ ਭਰੇਗੀ। ਐਸਾ ਹੋ ਨਹੀਂ ਸਕਦਾ। ਅਸੀਂ ਕਿਸੇ ਚੰਗੇਰੀ ਜਗ੍ਹਾ 'ਤੇ ਨਹੀਂ ਜਾਵਾਂਗੇ, ਐਸਾ ਹੋ ਨਹੀਂ ਸਕਦਾ। ਮਹਾਰਾਜ ਕਹਿੰਦੇ ਇਹੋ ਜਿਹੀ ਮੰਗਿਆ, ਇਹ ਚੋਇਸ ਬਣਾਵਾਂ, ਜਾਂ ਕੈ ਦਰਸ ਪਾਪ ਕੋਟ ਉਤਾਰੇ। ਅੰਦਰ ਕਰੋੜਾਂ ਪਾਪ ਵੀ ਤੁਰੇ ਫਿਰਦੇ ਹੋਣ, ਪਰ ਕਿਸੇ ਦਾ ਦਰਸ਼ਨ ਹੀ ਇਤਨਾ ਕਮਾਲ ਦਾ ਹੋਏ, ਕਿਸੇ ਦੀ ਸਾਂਝ ਇਤਨੀ ਕਮਾਲ ਦੀ ਹੋਏ, ਉਹ ਕਹੇ ਤੈਨੂੰ ਮਾੜੇ ਪਾਸੇ ਜਾਣ ਹੀ ਨਹੀਂ ਦੇਣਾ, ਤੈਨੂੰ ਪਾਪ ਕਰਨ ਹੀ ਨਹੀਂ ਦੇਣਾ। ਇਹੋ ਜਿਹੀ ਮੇਰੇ ਤੇ ਜਿਹੜੀ ਹੈ ਬਖਸ਼ਿਸ਼ ਕਰ, ਮੈਨੂੰ ਇਹੋ ਜਿਹੀ ਸੋਚ ਸੁਮਤ ਦੇ, ਮੈਂ ਇਸ ਕਿਸਮ ਦੀ ਸੰਗਤ 'ਤੇ ਚਲਾ ਜਾਵਾਂ। ਫਿਰ ਕਿਆ ਭੇਟਤ ਸੰਗੇ ਭਵਜਲ ਤਾਰੇ, ਕਿਸੇ ਦਾ ਸੰਗ ਮੈਨੂੰ ਪ੍ਰਾਪਤ ਹੋਏ, ਭਵਜਲ ਤਾਰੇ, ਇਹ ਡਰ ਦਾ ਸਾਗਰ। ਪੋਸੀਬਿਲਿਟੀ ਹੈ, ਦਿਸ ਇਜ਼ ਵਰਲਡ ਆਫ ਪੋਸੀਬਿਲਿਟੀ। We can be a very nice, very good human being, but at the same time we can be very nasty, very actually miserable, and very even anti-social element in the society. This is also a possibility. ਭਾਵ ਡਰ ਆ ਨਾ, ਕਿਸੇ ਸਮੇਂ ਪੈਰ ਫਿਸਲੇ ਕਿਤੇ ਦੇ ਕਿਤੇ ਪਹੁੰਚ ਜਾਈਏ। ਪਰ ਇਹ ਹੈ ਕਿਸੇ ਦਾ ਸੰਗ, ਕਿਸੇ ਦੇ ਨਾਲ ਅੰਗੇਜਮੈਂਟ ਐਸੀ, ਕਿਸੇ ਦਾ ਸਾਥ, ਕਿਸੇ ਦਾ ਕਮਿਟਮੈਂਟ ਐਸਾ ਹੋ ਜਾਏ, ਕੋਈ ਅਸੀਂ ਬਾਂਹ ਫੜ ਲਏ, ਉਹ ਜਾਣ ਹੀ ਨਾ ਦੇ ਕਿਸੇ ਪਾਸੇ। ਹੇ ਮਾਲਕਾ, ਇਹੋ ਜਿਹਾ ਤਰਸ ਕਰ। ਐਕਚੁਅਲੀ ਇਹਦੇ 'ਚ ਇਕੱਲੇ ਸੰਗ ਦੀ ਜਿਹੜੀ ਗੱਲ ਬੰਦਿਆਂ ਦੀ ਨਹੀਂ ਹੈ, ਇਹਦੇ 'ਚ ਇੱਕ ਪੂਰੇ ਸਰਕਮਸਟੈਂਸਸ ਨੂੰ ਬਿਲਡ ਕਰਨ ਦੀ ਗੱਲ ਹੋ ਰਹੀ ਹੈ। ਇਹਦੇ ਉੱਤੇ ਗੁਰੂ ਮਹਾਰਾਜ ਬਿਆਨ ਕਰਦੇ ਨੇ। ਅਗਲਾ ਜਿਹੜਾ ਦੂਸਰਾ ਪਦਾ ਇਹਦੇ 'ਚ ਆ ਰਿਹਾ ਹੈਗਾ ਆ, ਉਹ 'ਚ ਮਹਾਰਾਜ ਜ਼ਿਕਰ ਕਰਦੇ ਕਿ ਜਾਂ ਕਾ ਸ਼ਬਦ ਸੁਨਤ ਸੁਖ ਸਾਰੇ। ਐਜ਼ ਆਈ ਵਾਜ਼ ਐਕਸਪਲੇਨਿੰਗ, ਦਸਤਾਰ, ਫਿਰ ਗੁਫਤਾਰ, ਸ਼ਬਦ, ਅਲਫਾਜ਼, ਹਰਫ, ਅੱਖਰ, ਉਪਦੇਸ਼। ਜਿੱਥੇ ਅਸੀਂ ਟਾਈਮ ਸਪੈਂਡ ਕਰਦੇ ਹਾਂ, ਉਹੋ ਜਿਹੀ ਸਾਡੀ ਫਿਰ ਜਿਹੜੀ ਹੈ ਲਾਈਫ ਉਹ ਬਣਨੀ ਸ਼ੁਰੂ ਹੋ ਜਾਂਦੀ ਹੈ। ਜੇ ਸਾਡਾ ਟਾਈਮ ਸਪੈਂਡ, ਸਪੋਜ਼ ਕਰੋ ਕੋਈ ਵੀ ਹੈ, ਤੁਸੀਂ ਸਮਾਰਟ ਡਿਵਾਈਸਿਸ ਰੱਖੇ ਨੇ, ਅੱਜ ਸਮਾਰਟ ਡਿਵਾਈਸਿਸ ਦੇ ਵਿੱਚ ਜਾ ਕੇ ਆਪਣੀ ਹਿਸਟਰੀ ਦੇਖੋ, ਹਿਸਟਰੀ ਜਾ ਕੇ ਪਤਾ ਲੱਗੇਗਾ until now what you have watched, what you have actually listened, you can easily understand ਕਿਹੜੀਆਂ ਚੀਜ਼ਾਂ ਤੁਹਾਡੇ ਇਸ ਭਾਂਡੇ 'ਚ ਪਈਆਂ ਨੇ। ਬਣਨੇਗਾ ਜੋ ਪਾਈਏ ਭਾਂਡੇ ਵਿੱਚ ਵਸਤ ਸਾ ਨਿਕਲੇ, ਇਹਦਾ ਮਤਲਬ ਤੁਸੀਂ ਚੋਇਸ ਬਣਾਈਏ ਮੈਂ ਇਹੋ ਜਿਹਾ ਬਣਨਾ ਹੈ। ਹਾਂ, ਥੋੜਾ ਬਹੁਤਾ ਹੋਇਆ, ਕੋਈ ਲਾਫਟਰ ਐਕਟ ਤੁਸੀਂ ਸੁਣ ਲਿਆ, ਕੋਈ ਚੀਜ਼ ਹੈ, ਬਟ ਕੰਸਿਸਟੈਂਟਲੀ ਇਹੋ ਜਿਹੀਆਂ ਚੀਜ਼ਾਂ ਦੇ ਮਗਰ ਹੀ ਤੁਰਿਆ, ਇਹਦਾ ਮਤਲਬ ਤੁਸੀਂ ਜ਼ਿੰਦਗੀ ਦੇ ਵਿੱਚ ਸ਼ੁਗਲ ਮੇਲਾ ਹੀ ਚਾਹੁੰਦੇ ਹੋ। ਯੂ ਡੋਂਟ ਵਾਂਟ ਐਨੀ ਕਾਈਂਡ ਆਫ ਸੀਰੀਅਸ ਬਿਜ਼ਨਸ ਔਰ ਐਨੀ ਕਾਈਂਡ ਆਫ ਐਕਚੁਅਲੀ ਰਿਐਲਿਟੀ ਇਨ ਯੂਰ ਲਾਈਫ। ਇਹ ਸੰਸਾਰ ਦਾ ਅਸਲੀ ਫੇਸ ਬਣ ਰਿਹਾ ਹੈ। ਤੁਸੀਂ ਇਹੋ ਜਿਹੇ ਸ਼ਬਦਾਂ ਨੂੰ, ਇਹੋ ਜਿਹੇ ਅਲਫਾਜ਼ਾਂ ਨੂੰ ਤਰਜੀਹ ਦੇ ਰਹੇ ਹੋ ਜਿਹੜੇ ਤੁਹਾਨੂੰ ਇਸ ਤਰੀਕੇ ਨਾਲ ਡਿਸਟਰੈਕਟ ਕਰਨਗੇ, ਇਸ ਤਰੀਕੇ ਨਾਲ ਤੁਹਾਨੂੰ ਜਿਹੜਾ ਹੈਗਾ ਸਿਰਫ ਤੁਹਾਨੂੰ ਵਕਤੀ ਤੌਰ 'ਤੇ ਥੋੜ੍ਹਾ ਬਹੁਤਾ ਜਿਹੜਾ ਆ ਤੁਹਾਨੂੰ ਐਂਟਰਟੇਨ ਕਰ ਦੇਣਗੇ। ਪਰ ਹਕੀਕਤ ਇਹ ਹੈ, ਜਿਹੜੀ ਵਕਤੀ ਤੌਰ 'ਤੇ ਥੋੜ੍ਹੀ ਬਹੁਤੀ ਐਂਟਰਟੇਨਮੈਂਟ ਹੁੰਦੀ ਹੈ, ਲੌਂਗ ਰਨ ਦੇ ਵਿੱਚ ਉਹੀ ਬੰਦੇ ਲਈ ਸਿਰਦਰਦੀ ਬਣ ਜਾਂਦੀ ਹੈ। ਜਿਹੜੇ ਲੋਕ ਹਰ ਵਕਤ ਸਿਨੇਮਿਆਂ 'ਚ ਕੰਮ ਕਰਦੇ ਸੀਗੇ ਜਾਂ ਕਰਦੇ ਨੇ, ਜਾਂ ਕੋਈ ਇਹੋ ਜਿਹੀਆਂ ਚੀਜ਼ਾਂ, ਉਹਨਾਂ ਦੀ ਹਾਲਤ ਦੇਖੋ, ਕਹਿੰਦੇ ਪਾਗਲ ਹੋ ਗਏ ਆ ਇਹ ਚੀਜ਼ਾਂ ਵੇਖ ਵੇਖ ਕੇ। ਵੀ ਰੀਅਲੀ ਵਾਂਟ ਟੂ ਲਿਵ ਆਵਰ ਲਾਈਫ ਸਮਹਾਓ, ਕਿਤੇ ਨੈਚੁਰਲ ਸੀਨ 'ਤੇ ਚਾਹੀਏ, ਕਿਤੇ ਉਸ ਇਹੋ ਜਿਹੀਆਂ ਚੀਜ਼ਾਂ। ਭਾਵ ਥੋੜ੍ਹਾ ਬਹੁਤਾ ਸਮਾਂ ਉਹ ਚੀਜ਼ ਹੋ ਸਕਦੀ, ਪਰ ਲਗਾਤਾਰ ਅਸੀਂ ਸੰਗੀ ਸਾਥੀ ਵੀ ਕਿਵੇਂ ਦੇ ਲੱਭਦੇ ਹਾਂ। ਪੀਪਲ ਹੂ ਆਰ ਜਸਟ ਕਰੈਕਿੰਗ ਜੋਕਸ ਐਂਡ ਹੂ ਆਰ ਜਸਟ ਗਿਵਿੰਗ ਅਸ actually just give us some kind of good feeling like that. ਇੰਨਾ ਨਹੀਂ ਹੁੰਦਾ। ਤੁਹਾਡੇ ਜੀਵਨ ਵਾਸਤੇ ਕੋਈ ਬੰਦਾ ਐਸਟ ਬਣੇ, ਤੁਹਾਡੀ ਹਰ ਹਾਲਤ ਦੇ ਵਿੱਚ
उस लैवल ते तुहानूं लिजाण वास्ते तुहाडी मदद करे जिथे तुहानूं जिंदगी नूं लिजाणा चाहीदा हैगा। उन्होंने गुरु साहब ने कहा आ, जांका शब्द सुनत सुख सारे, इहदे च सारे सुख ने, जांकी टहल जमदूत बिदारे। अदरवाइज जमदूत की ने, जमदूत पनिश करते हैं, तो पनिशमेंट जिहड़ी है ये या जिहड़े बैड कॉन्सिक्वेंसिस ने ये साडियां चॉइसिस ही बनाउंदियां ने। असी इसे करके हम बच्चों को कई बार कहना आ, पेरेंट्स नूं दसदा कि बच्चों को जो तुसीं डिसिपलिन भी करते हो उन्होंने दसो कि किड यू आर मेकिंग दिस चॉइस, वट एवर कॉन्सिक्वेंसिस आर कमिंग टूवर्ड यू, दैट्स योर चॉइस, वी आर नॉट डूइंग एनीथिंग, वी आर जस्ट शोइंग यू और प्रोवाइडिंग यू वट एवर यू हैव चूजन। जो तू चीज चूज की है उही चीज़ असीं तैनूं प्रोवाइड कर रहे हैं। क्योंकि अज असी माँ बाप हाँ, तू चॉइस ये बनाई है कि तू डिग के सट लवा ली है, ये सब चीज़ां कीतियां ने, असी उहदे उत्ते कई कोई गल नहीं इस तरीके असीं उहनूं दसीए भी हाँ बेटा जे इत्थों एवें तू बिना वेखे छाल लगाएगा इहदी सट लगेगी, इहदी पीड़ होएगी, इहनूं तैनूं जिहड़ा हैगा बर्दाश्त करना पएगा, यू हैव टू टॉलरेट इट, यू हैव टू गो थ्रू विद इट। वो सारी चीज़ सानूं तैनूं दसनी पेगी। जे असीं यही कही जे कि नहीं तेरा फॉल्ट ही कोई नहीं बेटा, इत्थे आ चीज़ होगी, नो नो नो, रियलिटी दसो, उस तैनूं दसो सन और डॉटर यू हैव मेड दिस चॉइस, ताकि वो इस लैवल ते समझ सके। अदरवाइज होएगा कि उन्होंने पता ही नहीं लगना कि मैनू एक्चुअली किहड़ी चीज़ चूज करनी चाहिए, किहड़ी नहीं चूज करनी चाहिए। क्योंकि जे जिहड़ी चूज करांगा वो कॉन्सिक्वेंसिस मैनू मिलणगे। इत्थे जमदूत पनिश करने वाले, ये पनिशमेंट मैं आप चूज करदा अपने वास्ते, कोई होर नहीं। मदर नेचर का लात बड़ा सिर लिया, जिहा बीजा सो लूणा, जो बीजिया वड्डेगा। अगला बचन लिखा, जांकी धीरक इस मनै सधार है। फिर जिहदे नाल सांझ आ वो फिर कला लफ्ज़ नहीं, गल्लां नहीं, दर्शन नहीं, धीरक, वो फिर एक धीरज भी बजा दिंदा है जिहदे चों फ्यूचर बिल्ड होंदा आ। मैं जो मिनती की कि हिस्टरी जिहड़ी है वो नाल कैरी करते हैं, हालांकि ते डिटेल बात करांगा पर टूक मात्र बयान। उस हिस्टरी चो बंदा सोचता कि ओके पिछले 10 सालों के आ कमाया, आ बनाया, तो अगले 10 सालों मैं इस तो डबल कर लवांगा। धीरज बज गया। सो एग्जैक्टली इत्थे भी है, जिहड़े सज्जन मित्र सुहिरद आले दुआले बैठे ने, इस तरीके बीइंग ए काउंसलर मैं तुहानूं बयान करदा। मेरे को बहुत सारे एग्जाम्पल्स ने, मेरे इत्थे क्लाइंट कह लो, तो खैर बड़े प्यारे सज्जन हैगे ने। वो आए हाईली एजुकेटेड बंदा, इत्थे आके एजुकेशन लई फाइनैंस सैक्टर च काम करदा आ, नवीं जॉब आ, पर एनग्जाइटी बहुत है। एनग्जाइटी की हालत यह है कि कई बार काम ते बैठा काम करदा करदे भुल जाता भी की करने वाला। इस किस्म के एनग्जाइटी होती है। एनग्जाइटी किस बारे, कल की होएगा, जॉब होएगी कि नहीं होएगी, परिवार का की बनेगा, सारा कुछ। 2-4-10 गल्लां होईयां, मैं उन्होंने बात सुनाई। मैं क्या देख इत्थे अनपढ़ लोग ने, हैंडीमैन ने, हो जो लोग जिंदगी बड़ी सोहनी बसर कर रहे, तो हाईली एजुकेटेड है, आ जॉब नहीं, दूजी नहीं, तीजी गल ही किहड़ी हैगी। बाकी जे तेनों नहीं उस किस्म के बिलीव होंदा तो मैं तेनों सिंपल लैवल ते बात करदा हाँ कि तेरा मंथली खर्चा कितना है। वो कहता जी इन्ना 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 हैगा। मैं क्या ठीक है, तू ना मेरे को 5-4 चैक लै जा, मैं तेनों जिहड़ा हैगा कुछ पोस्ट डेटेड चैक पा देना। उस तरीके दे नाल तू पोस्ट डेटेड चैक लैके चला जा। जो किते मन च घबराहट आए, वो तेरे को चैक पे होने चाहिए ने 12। तेनों पता भी 1 साल मैनू घबराउण दी लोड़ नहीं, मेरी अज जॉब सब कुछ छुट जाए। किहड़ियां गल्लां करदा है। भरोसा जिहड़ा धीरख ये है, जिन्होंने भरोसा करतार ते है, जिन्होंने तकवा रब ते, तिन्हों रिजक हमेशा, उन्होंने कादी कमी है। सब कहते जांकी धीरक इस मनै सधारे, जांकै सिमरन मुख उजलारे। बंदे ने भी डर होंदा भी पता नहीं कल की बनेगा, अज तो इज्जत बनी, कल महाराज कहते इहो जी संगत मिले जिहड़ी हमेशा कहे घबरा ना, चढ़दी कला होएगी। अंतले बचन ने बिल्कुल, प्रभ के सेवक प्रभ आप सवारे, शरण नानक तिन सद बलिहारे। हे नानक कह जिहड़े प्रभु के सेवक आप हो गए, प्रभु के सेवकां नाल जाके सांझा बना लईआं, वो तो चढ़दी कला च रहिंदे ने। शरण नानक तिन सद बलिहारे। हे नानक कह मैं उन्हां दी शरण रहां जिहड़े हमेशा मैनू तेरे नाल जोड़न, तो ये विचों ही मैं अकाल पुरख वाहिगुरू के उत्ते भी बलिहार जा सकांगा, कुर्बान जा सकांगा, क्योंकि यही एक तरीका आ मेरे जीवन में सही राह के उत्ते ले जाण दा। साहब रहमत करन इस कोविड-19 की सिचुएशन डे बाई डे। नो डाउट कुछ लोग कह रहे वर्स हो रही है, कुछ लोग कह रहे पहले नालों जी है कुछ बैटर हो रही है, पर यह है भी बैटर तो इस रूप आ
कि जिंदगी ते ना है चलना जीना, वो चलना आ. And same time now governments are actually coming on a point where they're saying we have to learn how to live in this COVID-19 situation. ਸੋ ਇਹੋ ਜਿਹੀ ਹਾਲਤ ਬਣ ਰਹੀ ਹੈਗੀ ਹੈ. ਗੁਰਦੁਆਰਾ ਸਾਹਿਬ ਤੋਂ ਲੰਗਰਾਂ ਦੀਆਂ ਸੇਵਾਵਾਂ ਹਮੇਸ਼ਾ ਇਸ ਤਰ੍ਹਾਂ ਵੱਡੇ ਲੈਵਲ 'ਤੇ ਚੱਲ ਰਹੀਆਂ ਨੇ. ਸੰਗਤਾਂ ਵੀ ਨਤਮਸਤਕ ਹੋਣ ਲਈ ਵਿੱਚ ਜਿਹੜੀਆਂ ਉਸ ਰੂਪ ਵਿੱਚ ਆ ਰਹੀਆਂ ਨੇ, ਪਰ ਉਹ ਹੈ ਇੰਸਟਰਕਸ਼ਨਸ ਡਾਇਰੈਕਟਲੀ ਹੈਗੀਆਂ ਨੇ ਕਿ 6 ਫੁੱਟ ਦਾ ਜਿਹੜਾ ਫਾਸਲੇ ਦਾ ਖਿਆਲ ਰੱਖਣਾ ਹੈ, ਇੱਕ ਸ਼ਖਸ ਨੇ ਆ ਕੇ ਮੱਥਾ ਟੇਕਣਾ ਹੈ. ਇੱਥੇ ਕਿਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਬਹਿਣ ਦਾ ਕੋਈ ਇੰਤਜ਼ਾਮ ਨਹੀਂ ਹੈਗਾ ਅਤੇ ਨਾ ਬਹਿਣ ਵਾਸਤੇ ਉਸ ਰੂਪ ਵਿੱਚ ਦੱਸਿਆ ਜਾ ਰਿਹਾ ਹੈਗਾ. ਹਾਂ, ਸੋਸ਼ਲ ਮੀਡੀਆ ਰਾਹੀਂ, TV ਰਾਹੀਂ ਆਪਨੇ ਘਰਾਂ ਥਾਵਾਂ 'ਤੇ ਸਾਰੇ ਪ੍ਰੋਗਰਾਮ ਨੂੰ ਸੁਣਨਾ ਹੈਗਾ. ਇਹ ਸਾਡੀ ਦਿਲੀ ਤੁਹਾਨੂੰ ਬੇਨਤੀ ਹੈ. ਸੋ ਇਸ ਨੂੰ ਆਪਨੇ ਪੂਰੀ ਤਰ੍ਹਾਂ ਜਿਹੜਾ ਹੈਗਾ ਪਾਲਣ ਕਰਨਾ ਆ. ਮਹਾਰਾਜ ਬਖਸ਼ਿਸ਼ ਕਰਨ ਅਸੀਂ ਚੜ੍ਹਦੀ ਕਲਾ ਵਿੱਚ ਆਪਣੇ ਆਪ ਨੂੰ ਰੱਖੀਏ ਅਤੇ ਸਾਰੇ 'ਚੋਂ ਬਾਹਰ ਆ ਸਕੀਏ. ਇਹ ਦਿਲੀ ਬੇਨਤੀ ਹੈ. ਅਗਲਾ ਪ੍ਰੋਗਰਾਮ ਢਾਡੀ ਵੀਰ ਸਰਵਣ ਕਰਵਾਉਣਗੇ. ਮੈਨੂੰ ਇਜਾਜ਼ਤ ਦੇਣੀ, ਕਹਿ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ